Hello everyone, welcome to Study Shortcuts. Here study becomes easier. ਤਾਂ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਨਵੀਂ ਇਨਫੋਰਮੇਸ਼ਨ ਜਿਹੜੀ ਕਿ ਰਿਗਾਰਡਿੰਗ ਹੈ ਜੀ ਟੀਚਰ ਟਰਾਂਸਫਰ ਦੇ ਨਿਊ ਵੈਕੈਂਸੀਜ਼ ਦੇ ਰਿਗਾਰਡਿੰਗ ਪ੍ਰਮੋਸ਼ਨ ਪ੍ਰੋਸੈਸ ਦੇ ਰਿਗਾਰਡਿੰਗ ਤੇ ਨਾਲ ਹੀ ਸਟੇਸ਼ਨ ਚੁਆਇਸ ਦੇ ਰਿਗਾਰਡਿੰਗ ਸਟੇਸ਼ਨ ਚੁਆਇਸ ਦਾ ਜੋ ਪ੍ਰੋਸੈਸ ਰਹੇਗਾ ਇਹਦੇ ਵਿੱਚ ਜੀ 2364 ਈਟੀਟੀ ਪੋਸਟਾਂ ਦੀ ਵੀ ਗੱਲ ਕਰਾਂਗੇ ਆਪਾਂ 3704 ਮਾਸਟਰ ਕਾਡਰ ਦੀ ਵੀ ਐਨਟੀਟੀ ਪੋਸਟਾਂ ਬਾਰੇ ਵੀ ਗੱਲ ਕਰਾਂਗੇ ਤੇ ਆਉਣ ਵਾਲੀਆਂ ਭਰਤੀਆਂ ਬਾਰੇ ਵੀ ਗੱਲ ਕਰਾਂਗੇ ਤਾਂ ਨਵੀਂ ਜਾਣਕਾਰੀ ਸਾਰੀ ਡਿਟੇਲਡ ਇਨਫੋਰਮੇਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਤੇ ਇਹ ਕਿਸ ਦੇ ਬੇਸਡ ਹੈਗੀ ਹੈ ਨਵੀਂ ਜਾਣਕਾਰੀ ਕਿੱਥੋਂ ਆਈ ਹੈ ਜੀ ਅੱਜ ਤੁਹਾਨੂੰ ਪਤਾ ਹੈ ਆਪਣੇ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਜਿਹੜੇ ਹੈਗੇ ਆ ਮਾਨਯੋਗ ਵਿਜੇਂਦਰ ਸਿੰਗਲਾ ਜੀ ਹੈ ਜੋ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਉਹਦੇ ਵਿੱਚੋਂ ਕਈ ਜਿਹੜੀਆਂ ਨਵੀਂ ਜਾਣਕਾਰੀਆਂ ਉਹਨਾਂ ਨੇ ਦਿੱਤੀਆਂ ਰਿਕਰੂਟਮੈਂਟ ਪ੍ਰੋਸੈਸ ਦੇ ਰਿਗਾਰਡਿੰਗ ਤੇ ਆਉਣ ਵਾਲੀਆਂ ਭਰਤੀਆਂ ਦੇ ਰਿਗਾਰਡਿੰਗ ਤਾਂ ਉਹਦੇ ਰਿਲੇਟਡ ਆਪਾਂ ਪੁਆਇੰਟ ਕਰਕੇ ਹਰ ਇੱਕ ਚੀਜ਼ ਜਿਹੜੀ ਹੈ ਡਿਟੇਲ ਦੇ ਵਿੱਚ ਉਹ ਡਿਸਕਸ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕੁਐਸਟ, ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਜਿਸ ਨਾਲ ਤੁਹਾਨੂੰ ਆਉਣ ਵਾਲੀ ਸਾਰੀ ਲੇਟੈਸਟ ਵੀਡੀਓ ਦੀ ਅਪਡੇਟ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਮਿਲੇਗੀ। ਤਾਂ ਸ਼ੁਰੂ ਕਰਦੇ ਹਾਂ ਜੀ ਆਪਣੀ ਵੀਡੀਓ ਨੂੰ। ਤਾਂ ਹਾਂਜੀ ਅੱਜ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਟੀਚਰ ਟਰਾਂਸਫਰ ਪੋਲਿਸੀ ਬਾਰੇ ਕਿ ਕਿਸ ਤਰ੍ਹਾਂ ਦੀ ਪੋਲਿਸੀ ਜਿਹੜੀ ਆ ਟਰਾਂਸਫਰ ਦੀ ਰਹਿਣ ਵਾਲੀ ਹੈ। ਤੇ ਇਹ ਹੈਗੀ ਹੈ ਜੀ ਟੀਚਰ ਟਰਾਂਸਫਰ ਦੀ ਪੋਲਿਸੀ ਦੇ ਕੁਝ ਜਿਹੜੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਪੁਆਇੰਟਸ ਬੋਲੇ ਗਏ ਉਹਦੇ ਕੁਝ ਇੰਪੋਰਟੈਂਟ ਪੁਆਇੰਟਸ ਜਿਹੜੇ ਮੈਂ ਤੁਹਾਡੇ ਲਈ ਇੱਥੇ ਲੈ ਕੇ ਆਈ ਹਾਂ ਤੇ ਪੁਆਇੰਟਸ ਨੂੰ ਇੱਕ ਇੱਕ ਕਰਕੇ ਡਿਸਕਸ ਕਰਾਂਗੇ। ਤੁਸੀਂ ਮੇਰੇ ਬੋਲਣ ਤੇ ਥੋੜਾ ਜ਼ਿਆਦਾ ਫੋਕਸ ਰੱਖਣਾ, ਅਗਰ ਕਿਸੇ ਨੂੰ ਜਿਹੜੇ ਹੈ ਪਿਕਸਲ ਦੇ ਵਿੱਚ ਅਗਰ ਕੋਈ ਪ੍ਰੋਬਲਮ ਹੋਏਗੀ ਤਾਂ ਬੋਲਣ ਤੇ ਥੋੜਾ ਜ਼ਿਆਦਾ ਫੋਕਸ ਰੱਖਿਓ, ਮੈਂ ਹਰ ਇੱਕ ਚੀਜ਼ ਐਕਸਪਲੇਨ ਕਰੂੰਗੀ। ਤਾਂ ਟੀਚਰ ਟਰਾਂਸਫਰ ਪੋਲਿਸੀ ਜਿਹੜੀ ਹੈਗੀ ਲਾਸਟ ਈਅਰ ਪੋਲਿਸੀ ਇਹ ਜਿਹੜੀ ਆ ਸ਼ੁਰੂ ਕੀਤੀ ਗਈ ਸੀਗੀ ਤੇ ਇਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਪੈਰਾਮੀਟਰਸ ਜਿਹੜੇ ਆ ਉਹ ਕਿਹੜੇ ਰੱਖੇ ਗਏ ਆ ਟੀਚਰ ਟਰਾਂਸਫਰ ਕਰਨ ਲਈ, ਜਿਹੜੇ ਟੀਚਰਸ ਨੂੰ ਕੰਸੀਡਰ ਕਰਿਆ ਜਾਣਾ ਹੈ ਤਾਂ ਉਹਨਾਂ ਦੇ ਲਈ ਜਿਹੜੇ ਪੈਰਾਮੀਟਰਸ ਹੈ ਉਹ ਕਿਹੜੇ ਰਹਿਣਗੇ। ਤਾਂ ਉਹਨਾਂ ਨੇ ਕਿਹਾ ਸਭ ਤੋਂ ਪਹਿਲਾਂ ਟੀਚਰ ਟਰਾਂਸਫਰ ਜਿਹੜੀ ਹੈਗੀ ਆ ਆਨਲਾਈਨ ਕਰਵਾਈ ਜਾ ਰਹੀ ਹੈ। ਤਾਂ ਆਨਲਾਈਨ ਕਰਵਾਉਣ ਦਾ ਮਤਲਬ ਇਹ ਹੈ ਕਿ ਟੀਚਰਸ ਨੂੰ ਜਿਹੜਾ ਹੈ ਆਨਲਾਈਨ ਇਸ ਤਰ੍ਹਾਂ ਕਨੈਕਟ ਕਰਨਾ ਤਾਂ ਕਿ ਉਹ ਪਤਾ ਚੱਲ ਸਕੇ ਕਿ ਟੀਚਰਸ ਜਿਹੜੇ ਹੈਗੇ ਆ ਉਹ ਪੜ੍ਹਾ ਰਹੇ ਆ ਜਿਹੜੇ ਸਕੂਲਾਂ ਦੇ ਵਿੱਚ ਤੇ ਜਿਹੜੇ ਸਟੂਡੈਂਟਸ ਨੂੰ ਉਹ ਪੜ੍ਹਾ ਰਹੇ ਆ ਉਹਨਾਂ ਦੇ ਰਿਜ਼ਲਟਸ ਜਿਹੜੇ ਆ ਉਹ ਕਿੱਦਾਂ ਦੇ ਰਹਿ ਰਹੇ ਆ, ਤਾਂ ਕਿ ਉਹਨਾਂ ਨੂੰ ਪਤਾ ਚੱਲ ਸਕੇ ਜਿਹੜੇ ਸਕੂਲਾਂ ਦੇ ਵਿੱਚ ਟੀਚਰ ਪੜ੍ਹਾਉਂਦੇ ਆ ਉਹਨਾਂ ਬੱਚਿਆਂ ਦੇ ਜਿਹੜੇ ਬੱਚਿਆਂ ਨੂੰ ਉਹ ਪੜ੍ਹਾਉਂਦੇ ਨੇ ਉਹਨਾਂ ਦੇ ਰਿਜ਼ਲਟ ਕਿਹੋ ਜਿਹੇ ਆਉਂਦੇ ਨੇ, ਵਧੀਆ ਆਉਂਦੇ ਨੇ ਕਿ ਉਹ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਹੀ ਰਹਿੰਦੇ ਨੇ ਜਾਂ ਫਿਰ ਉਹ ਸਕੂਲ ਛੱਡਦੇ ਨੇ ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਐਡਮਿਸ਼ਨ ਲੈ ਲੈਂਦੇ ਆ। ਤਾਂ ਇਹ ਸਾਰੀਆਂ ਚੀਜ਼ਾਂ ਦਾ ਪੈਰਾਮੀਟਰਸ ਜਿਹੜਾ ਰੱਖਿਆ ਗਿਆ ਟੀਚਰ ਟਰਾਂਸਫਰ ਲਈ, ਮਤਲਬ ਟਰਾਂਸਫਰਸ ਨੂੰ ਆਨਲਾਈਨ ਕਰਾਉਣ ਦਾ ਪ੍ਰੋਸੈਸ ਜਿਹੜਾ ਹੈ ਉਹਦਾ ਕਾਰਨ ਜਿਹੜਾ ਹੈਗਾ ਉਹ ਇਹ ਹੈਗਾ ਕਿ ਉਹ ਟੀਚਰ ਦੀ ਪਰਫਾਰਮੈਂਸ ਨੂੰ ਜਿਹੜਾ ਉਹ ਦੇਖਦੇ ਨੇ ਤਾਂ ਕਿ ਜਿਹੜੀ ਟਰਾਂਸਫਰ ਦੀ ਰਿਗਾਰਡਿੰਗ ਉਹ ਪਰਫਾਰਮੈਂਸ ਨੂੰ ਜਿਹੜਾ ਮੇਨ ਪੈਰਾਮੀਟਰ ਇੱਥੇ ਰੱਖਿਆ ਗਿਆ। ਉਸ ਤੋਂ ਬਾਅਦ ਟਰਾਂਸਫਰ ਨੂੰ ਲੈ ਕੇ ਉਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਕਿ ਟਰਾਂਸਫਰ ਜਦੋਂ ਕਰਦੇ ਆ ਤਾਂ ਉਹਨਾਂ ਨੇ ਕੀ ਕਿਹਾ ਕਿ 50 ਸਾਲ ਦੇ ਜਿਹੜੇ ਟੀਚਰਸ ਹੈਗੇ ਆ, 50 ਸਾਲ ਦੇ ਜਿਹੜੇ ਬਜ਼ੁਰਗ ਟੀਚਰ ਹੋ ਜਾਂਦੇ ਹੈਗੇ ਤਾਂ 50 ਸਾਲ ਦੇ ਟੀਚਰਸ ਨੂੰ ਜਿਹੜੇ ਆ ਉੱਥੇ ਜਦੋਂ ਟਰਾਂਸਫਰ ਹੋਏਗੀ 50 ਸਾਲ ਤੋਂ ਲੈ ਕੇ ਉਹਨਾਂ ਦੀ ਰਿਟਾਇਰਮੈਂਟ ਏਜ ਤੱਕ ਤਾਂ ਹਰ ਇੱਕ ਸਾਲ ਦਾ ਜਿਹੜਾ ਹੈਗਾ ਇੱਕ ਐਕਸਟਰਾ ਮਾਰਕ ਉਹਨਾਂ ਨੂੰ ਟਰਾਂਸਫਰ ਪ੍ਰੋਸੈਸ ਦੇ ਵਿੱਚ ਦਿੱਤਾ ਜਾਏਗਾ। ਯਾਨੀ ਕਿ ਅਗਰ ਕੋਈ 50 ਸਾਲ ਦਾ ਟੀਚਰ ਹੈਗਾ ਤਾਂ ਉਹਨੂੰ ਇੱਕ ਨੰਬਰ ਜਿਹੜਾ ਉੱਥੇ ਐਕਸਟਰਾ ਦਿੱਤਾ ਜਾਏਗਾ। ਇਸੇ ਤਰ੍ਹਾਂ ਆਪਦੀ ਰਿਟਾਇਰਮੈਂਟ ਏਜ ਤੱਕ ਉਹਦੇ ਨੰਬਰ ਜਿਹੜੇ ਇੱਕ ਹਰ ਇੱਕ ਸਾਲ ਲਈ ਇੱਕ ਨੰਬਰ ਤੇ ਮੈਕਸ ਜਿਹੜੇ ਹੈਗੇ 10 ਨੰਬਰ ਉਹਨੂੰ ਦਿੱਤੇ ਜਾਣਗੇ ਟਰਾਂਸਫਰ ਪ੍ਰੋਸੈਸ ਦੇ ਵਿੱਚ। ਜਿਹੜੇ 50 ਇਅਰਸ ਤੋਂ ਪਲੱਸ ਵਾਲੇ ਜਿਹੜੇ ਟੀਚਰਸ ਹੈਗੇ ਆ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਊਗੀ ਐਕਸਟਰਾ ਮਾਰਕਸ ਦੇ ਕੇ। ਉਸ ਤੋਂ ਬਾਅਦ ਉਹਨਾਂ ਨੇ ਟਰਾਂਸਫਰ ਪੋਲਿਸੀ ਦੇ ਵਿੱਚ ਇੱਕ ਨਵਾਂ ਚੇਂਜ ਜਿਹੜਾ ਦੱਸਿਆ ਹੈਗਾ ਉਹ ਹੈਗਾ ਜੀ ਕਿ ਜਿਹੜੀ ਲੇਡੀ ਟੀਚਰਸ ਹੈਗੀਆਂ ਨੇ, ਲੇਡੀ ਟੀਚਰਸ ਨੂੰ ਕਿਉਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਘਰ ਦਾ ਜਿਹੜਾ ਹੈ ਨਾਲ ਡੋਮੈਸਟਿਕ ਵਰਕ ਵੀ ਦੇਖਣਾ ਹੁੰਦਾ, ਸੋ ਲੇਡੀ ਟੀਚਰਸ ਨੂੰ ਮੈਨ ਟੀਚਰਸ ਨਾਲੋਂ ਯਾਨੀ ਕਿ ਮੈਨ ਸਟਾਫ ਨਾਲੋਂ 10 ਨੰਬਰ ਜਿਹੜੇ ਉਹ ਐਕਸਟਰਾ ਦਿੱਤੇ ਜਾਂਦੇ ਆ, ਉਹਨਾਂ ਨੂੰ ਓਵਰ ਯਾਨੀ ਕਿ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਟਰਾਂਸਫਰ ਦੇ ਵਿੱਚ। ਤਾਂ ਲੇਡੀ ਟੀਚਰਸ ਨੂੰ ਇਹ ਪ੍ਰੈਫਰੈਂਸ ਜਿਹੜੀ ਹੈ ਦਿੱਤੀ ਗਈ ਹੈ 10 ਮਾਰਕਸ ਦੀ। ਜਿਹੜੇ 50 ਇਅਰਸ ਪਲੱਸ ਟੀਚਰਸ ਹੈਗੇ ਆ ਤਾਂ ਉਹਨਾਂ ਨੂੰ ਵੀ 10 ਮਾਰਕਸ ਜਿਹੜੇ ਆ ਉਹ ਐਕਸਟਰਾ ਦੇ ਕੇ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ। ਤੇ ਨਾਲ ਹੀ ਉਹਨਾਂ ਨੇ ਗੱਲ ਕੀਤੀ ਗਈ ਹੈ ਕਿ ਜਿੰਨੀ ਮੈਰਿਡ ਵੂਮਨ ਹੈਗੀਆਂ ਕਿ ਯਾਨੀ ਕਿ ਜਿਹੜੀਆਂ ਮੈਰਿਡ ਟੀਚਰਸ ਹੁੰਦੇ ਨੇ ਤੇ ਕਿਉਂਕਿ ਉਹਨਾਂ ਦੀ ਮੈਰਿਜ ਹੋਣ ਕਰਕੇ ਉਹਨਾਂ ਦਾ ਜੋ ਜਗ੍ਹਾ ਹੈਗੀ ਆ ਉਹ ਚੇਂਜ ਹੋ ਜਾਂਦੀ ਹੈ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਉਹਨਾਂ ਨੂੰ ਜਾਣਾ ਪੈਂਦਾ, ਤਾਂ ਟੀਚਰ ਟਰਾਂਸਫਰ ਪੋਲਿਸੀ ਦੇ ਅੰਡਰ ਉਹਨਾਂ ਨੂੰ ਵੀ 5 ਮਾਰਕਸ ਜਿਹੜੇ ਆ ਉਹ ਐਕਸਟਰਾ ਦੇ ਕੇ ਉਹਨਾਂ ਨੂੰ ਪ੍ਰੈਫਰੈਂਸ ਦੇ ਵਿੱਚ ਰੱਖਿਆ ਗਿਆ ਤਾਂ ਕਿ ਉਹਨਾਂ ਦੀ ਟਰਾਂਸਫਰ ਕਰਨ ਲੱਗਿਆਂ ਮਦਦ ਕਰ ਸਕੇ। ਤੇ ਟਰਾਂਸਫਰਸ ਦੇ ਵਿੱਚ ਕਿੰਨਾਂ ਨੂੰ ਐਕਸਟਰਾ ਮਾਰਕਸ ਦਿੱਤੇ ਗਏ ਤੇ ਕੀ ਪੈਰਾਮੀਟਰਸ ਜਿਹੜੇ ਆ ਟਰਾਂਸਫਰਸ ਦੇ ਵਿੱਚ ਰੱਖੇ ਗਏ ਆ ਪੋਲਿਸੀ ਟਰਾਂਸਫਰ ਕਰਨ ਲੱਗਿਆਂ, ਤਾਂ ਇਹ ਆਪਾਂ ਪੁਆਇੰਟਸ ਡਿਸਕਸ ਕੀਤੇ ਆ। ਇਸ ਤੋਂ ਬਾਅਦ ਉਹਨਾਂ ਨੇ ਟਰਾਂਸਫਰ ਪੋਲਿਸੀ ਦੇ ਅੰਡਰ ਹੀ ਇੱਕ ਹੋਰ ਇਨਫੋਰਮੇਸ਼ਨ ਜਿਹੜੀ ਉਹਨਾਂ ਨੇ ਦਿੱਤੀ ਆ। ਹਾਂਜੀ, ਤਾਂ ਉਹਨਾਂ ਨੇ ਕਿਹਾ ਕਿ ਪਿਛਲੀ ਜਿਹੜੀ ਲਾਸਟ ਈਅਰ ਦੇ ਵਿੱਚ ਜਦੋਂ ਟੀਚਰ ਟਰਾਂਸਫਰ ਕਰਵਾਏਗੀ ਤਾਂ 3 ਰਾਊਂਡਸ ਦੇ ਵਿੱਚ ਕਰੀਬਨ 7300 ਜਿਹੜੇ ਹੈਗੇ ਟੀਚਰਸ ਟਰਾਂਸਫਰ ਉਹਨਾਂ ਨੇ ਮੈਰਿਟ ਬੇਸਿਸ 'ਤੇ ਉਹਨਾਂ ਦੀ ਟਰਾਂਸਫਰ ਕਰਵਾਏਗੀ। ਤੇ ਇਸ ਵਾਰ ਦੀ ਜਿਹੜੀ ਇਨਫੋਰਮੇਸ਼ਨ ਉਹਨਾਂ ਨੇ ਦਿੱਤੀ ਹੈ, ਹਾਂਜੀ, ਤਾਂ 20,000 ਕੈਂਡੀਡੇਟਸ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਨ੍ਹਾਂ ਨੇ ਅਪਲਾਈ ਕੀਤਾ ਇਸ ਵਾਰ ਟਰਾਂਸਫਰ ਕਰਾਉਣ ਲਈ ਤੇ ਜਿਹਦਾ ਆਰਡਰਸ ਉਹਨਾਂ ਨੇ ਕਿਹਾ ਉਹ ਜਲਦੀ ਹੀ 3 ਰਾਊਂਡ ਦੇ ਵਿੱਚ ਉਹਨਾਂ ਦੀ ਟਰਾਂਸਫਰ ਜਿਹੜੀ ਹੈ ਟਰਾਂਸਫਰ ਪ੍ਰੋਸੈਸ ਕਰਵਾਇਆ ਜਾਏਗਾ ਤੇ ਜਲਦੀ ਉਹਦੇ ਆਰਡਰਸ ਵੀ ਜਿਹੜੇ ਇਸ਼ੂ ਕੀਤੇ ਜਾਣਗੇ।
ਤੇ 20,000 ਟੀਚਰਸ ਨੇ ਉਹਨਾਂ ਨੇ ਦੱਸਿਆ ਕਿ ਅਪਲਾਈ ਕੀਤਾ ਹੈਗਾ ਟ੍ਰਾਂਸਫਰ ਲਈ ਇਸ ਵਾਰ, ਤੇ 3 ਰਾਊਂਡ ਵਿੱਚ ਇਹ ਟ੍ਰਾਂਸਫਰ ਜਿਹੜੀ ਕੰਪਲੀਟ ਹੋਏਗੀ। ਜਿਵੇਂ ਪਹਿਲੀ ਰਾਊਂਡ ਦੀ ਟ੍ਰਾਂਸਫਰ ਕੰਪਲੀਟ ਹੁੰਦੀ ਹੈ ਤਾਂ ਫਿਰ ਜਦੋਂ ਦੂਜੇ ਰਾਊਂਡ ਦੀ ਟ੍ਰਾਂਸਫਰ ਹੋਏਗੀ ਤਾਂ ਉਹ ਜਿਹੜੀ ਪਹਿਲੀ ਰਾਊਂਡ ਦੇ ਵਿੱਚ ਰਿਜ਼ਲਟਡ ਵੈਕੈਂਸੀਜ਼ ਹੋਣਗੀਆਂ ਤਾਂ ਉਸ 'ਤੇ ਹੀ ਜਿਹੜੀ ਸੈਕਿੰਡ ਰਾਊਂਡ ਦੀ ਟ੍ਰਾਂਸਫਰ ਕੀਤੀ ਜਾਏਗੀ। ਤੇ ਕਈ ਜਿਹੜੇ ਹੈਗੇ ਉਹਨਾਂ ਨੇ ਦੱਸਿਆ ਕਿ ਕਈ ਜਿਹੜੇ ਟੀਚਰਸ ਹੈ ਉਹ ਕੁਐਸਚਨਸ ਕਰ ਰਹੇ ਸੀਗੇ ਕਿ ਕੁਝ ਸਟੇਸ਼ਨਸ ਜਿਹੜੇ ਆ ਉਹ ਆਨਲਾਈਨ ਪੋਰਟਲ ਤੇ ਸ਼ੋ ਨਹੀਂ ਹੋ ਰਹੇ ਟ੍ਰਾਂਸਫਰ ਲਈ, ਤਾਂ ਉਹਨਾਂ ਨੇ ਕਿਹਾ ਕਿ ਕੁਝ ਜਿਹੜੇ ਸਟੇਸ਼ਨਸ ਹੈਗੇ ਆ ਉਹ ਰੈਸ਼ਨਲਾਈਜੇਸ਼ਨ ਦੇ ਵਿੱਚ ਕੈਂਸਲ ਹੋ ਗਏ ਆ, ਤਾਂ ਉਹ ਸਟੇਸ਼ਨਸ ਜਿਹੜੇ ਆ ਉਹ ਨਹੀਂ ਸ਼ੋ ਹੋਣਗੇ ਕਿਉਂਕਿ ਉਹ ਕੈਂਸਲ ਹੋ ਚੁੱਕੇ ਆ। ਤੇ ਕੁਝ ਨਵੀਆਂ ਅਸਾਮੀਆਂ ਨੂੰ ਵੀ ਜਿਹੜਾ ਉਹਨਾਂ ਨੇ ਸੈਂਕਸ਼ਨ ਕੀਤਾ ਕਿਉਂਕਿ ਪਿਛਲੇ ਜਿਹੜੇ 2 ਸਾਲਾਂ ਦੇ ਵਿੱਚ ਭਰਤੀ ਯਾਨੀ ਕਿ ਬੱਚਿਆਂ ਦੀ ਜਿਹੜੀ ਐਡਮਿਸ਼ਨ ਹੈ ਸਰਕਾਰੀ ਸਕੂਲਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਹੋਈ ਹੈ। ਸੋ ਇਸ ਕਰਕੇ ਨਵੀਆਂ ਅਸਾਮੀਆਂ ਨੂੰ ਵੀ ਸੈਂਕਸ਼ਨ ਕੀਤਾ ਗਿਆ ਤੇ ਰੈਸ਼ਨਲਾਈਜੇਸ਼ਨ 'ਚ ਕੁਝ ਅਸਾਮੀਆਂ, ਕੁਝ ਪੋਸਟਾਂ ਨੇ ਜਿਹੜੀਆਂ, ਕੁਝ ਸਟੇਸ਼ਨਸ ਨੇ ਜਿਹੜੇ ਉਹ ਕੈਂਸਲ ਵੀ ਹੋ ਗਏ ਨੇ। ਤਾਂ ਨਵੇਂ ਦੇ ਅਕੋਰਡਿੰਗ ਹੀ ਟ੍ਰਾਂਸਫਰ ਦੇ ਜਿਹੜੇ ਸਟੇਸ਼ਨਸ ਟ੍ਰਾਂਸਫਰ ਪੋਰਟਲ ਤੇ ਸ਼ੋ ਹੋ ਰਹੇ ਨੇ ਉਹ ਨਵੇਂ ਦੇ ਅਕੋਰਡਿੰਗ ਹੀ ਸ਼ੋ ਹੋ ਰਹੇ ਨੇ। ਹਾਂਜੀ, ਇਸ ਦੇ ਵਿੱਚ ਉਹਨਾਂ ਨੇ ਸੈਕਿੰਡ ਪੁਆਇੰਟ ਤੋਂ ਕੀਤੀ ਗਈ ਹੈ ਗੱਲ ਟਾਈਮ ਪੀਰੀਅਡ ਦੀ। ਜਿਹੜੀ ਟਾਈਮ ਪੀਰੀਅਡ ਚਾਹੀਦਾ ਹੈਗਾ ਪ੍ਰਿੰਸੀਪਲ ਤੇ ਪ੍ਰਮੋਟ ਹੋਣ ਲਈ, ਯਾਨੀ ਕਿ ਕੁਝ ਐਸੇ ਟੀਚਰਸ ਜੋ ਕੈਪੇਬਿਲਿਟੀ ਰੱਖਦੇ ਆ ਪ੍ਰਿੰਸੀਪਲ ਕਾਡਰ ਤੱਕ ਜਿਹੜੇ ਪ੍ਰਮੋਟ ਹੋ ਸਕਦੇ ਆ। ਲੇਕਿਨ ਪਹਿਲਾਂ ਕੀ ਸੀ ਜੀ, ਉੱਥੇ ਸ਼ਰਤ ਸੀਗੀ 7 ਸਾਲ ਦੀ, ਜਿਹੜੀ ਉੱਥੇ ਸ਼ਰਤ ਸੀਗੀ ਕਿ ਇੱਕ ਟੀਚਰ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਪ੍ਰਿੰਸੀਪਲ ਪੋਸਟ ਤੱਕ ਪ੍ਰਮੋਟ ਹੋਣ ਲਈ। ਲੇਕਿਨ ਹੁਣ ਜਿਹੜਾ ਉਹਨਾਂ ਨੇ ਗੱਲ ਕੀਤੀ ਗਈ ਕਿ ਇਹ ਜਿਹੜਾ 7 ਸਾਲ ਦਾ ਐਕਸਪੀਰੀਅੰਸ ਘਟਾ ਕੇ 3 ਸਾਲ ਦਾ ਜਿਹੜਾ ਐਕਸਪੀਰੀਅੰਸ ਕਰ ਦਿੱਤਾ ਗਿਆ ਤੇ ਹੁਣ 3 ਸਾਲ ਦਾ ਐਕਸਪੀਰੀਅੰਸ ਜਿਹੜਾ ਉਹ ਚਾਹੀਦਾ ਹੈਗਾ ਤਾਂ ਕਿ 3 ਸਾਲ ਤੋਂ ਬਾਅਦ ਜਿਹੜਾ ਵੀ ਕੈਂਡੀਡੇਟ ਜੋ ਐਲੀਜੀਬਲ ਹੈ ਪ੍ਰਿੰਸੀਪਲ ਦੀ ਪੋਸਟ ਤੱਕ ਪ੍ਰਮੋਟ ਹੋਣ ਲਈ ਤਾਂ ਉਹ ਹੋ ਸਕੇ। ਤਾਂ 7 ਸਾਲ ਤੋਂ ਇਹ ਜਿਹੜਾ ਟਾਈਮ ਪੀਰੀਅਡ ਆ ਉਹ ਘਟਾ ਕੇ 3 ਸਾਲ ਦਾ ਕਰ ਦਿੱਤਾ ਗਿਆ। ਇਹ ਵੀ ਇੱਕ ਬੜੀ ਜਿਹੜੀ ਅਪਡੇਟ ਆ ਉਹਨਾਂ ਨੇ ਦਿੱਤੀ ਹੈ। ਇਸ ਤੋਂ ਬਾਅਦ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਨਿਊ ਵੈਕੈਂਸੀਜ਼ ਦੀ, ਜਿਹੜੀ ਸਭ ਤੋਂ ਵੱਧ ਜ਼ਰੂਰਤ ਹੈ ਕੈਂਡੀਡੇਟਸ ਨੂੰ, ਜਿਹਦੇ ਬਾਰੇ ਸਭ ਤੋਂ ਵੱਧ ਜਿਹੜੇ ਕਮੈਂਟਸ ਆਉਂਦੇ ਆ ਮੈਨੂੰ, ਤਾਂ ਨਿਊ ਵੈਕੈਂਸੀਜ਼ ਦੀ ਗੱਲ ਜਿਹੜੀ ਉਹਨਾਂ ਨੇ ਇਸ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ, ਜੋ ਕਿ ਬਹੁਤ ਹੀ ਜਲਦੀ ਹੈ, 8,000 ਪੋਸਟਾਂ ਦੇ ਕਰੀਬ ਜਿਹੜੀਆਂ ਪੋਸਟਾਂ ਕੱਢੀਆਂ ਜਾਣਗੀਆਂ। ਆਪਾਂ ਤੁਹਾਨੂੰ ਦੱਸ ਦਈਏ ਬਜਟ ਜਦੋਂ ਬੋਲਿਆ ਗਿਆ ਸੀ ਪੰਜਾਬ ਦਾ, ਉਦੋਂ ਵੀ ਉਹਦੇ ਵਿੱਚ ਦੱਸਿਆ ਗਿਆ ਸੀ ਕਿ 8,100 ਯਾਨੀ ਕਿ ਦੇ ਕਰੀਬ ਕੁਛ ਉਹਨਾਂ ਨੇ ਦੱਸੀਆਂ ਸੀ ਪੋਸਟਾਂ ਕਿ ਉਹ ਪੋਸਟਾਂ ਨਵੀਆਂ ਟੀਚਰਸ ਦੀਆਂ ਨਵੀਆਂ ਪੋਸਟਾਂ ਜਿਹੜੀਆਂ ਉਹ ਕੱਢੀਆਂ ਜਾਣਗੀਆਂ। ਤਾਂ ਅੱਜ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਅਪਰੋਕਸ 8,000 ਦੇ ਕਰੀਬ ਜਿਹੜੀਆਂ ਨਵੀਆਂ ਪੋਸਟਾਂ ਟੀਚਰਸ ਦੀਆਂ ਆਉਣ ਵਾਲੀਆਂ ਨੇ। ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਜਿਹੜੀ ਬਹੁਤ ਵੱਡੀ ਗੱਲ ਇੱਥੇ ਕੀਤੀ ਗਈ ਹੈ, ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਬੀਐਡ ਦੇ ਕੈਂਡੀਡੇਟਸ ਜਿਹੜੇ ਨੇ ਉਹ ਈਟੀਟੀ ਦੀਆਂ ਪੋਸਟਾਂ ਦੇ ਵਿੱਚ ਕੰਸੀਡਰ ਕੀਤੇ ਜਾਣਗੇ ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ ਪੜ੍ਹਾਈ ਦਾ ਮਿਆਰ ਜਿਹੜਾ ਉੱਚਾ ਚੱਕਣਾ ਚਾਹੁੰਦੇ ਹਾਂ ਤੇ ਬੀਐਡ ਦੇ ਕੈਂਡੀਡੇਟਸ ਜਿਹੜੇ ਆ ਉਹ ਈਟੀਟੀ ਦੀ ਪੋਸਟਾਂ ਦੇ ਵਿੱਚ ਕੰਸੀਡਰ ਕੀਤੇ ਜਾਣਗੇ। ਮੈਂ ਤੁਹਾਨੂੰ ਦੱਸ ਦੇਵਾਂ ਕਿ ਇਸ ਦੇ ਰਿਗਾਰਡਿੰਗ ਜਿਹੜਾ ਕੇਸ ਹੈਗਾ, ਇੱਕ ਕੋਰਟ ਕੇਸ ਜਿਹੜਾ ਚੱਲ ਰਿਹਾ ਸੀਗਾ। ਇੱਕ ਤਾਂ ਇਹੀ ਹੈਗਾ ਜੀ ਬੀਐਡ ਦੇ ਕੈਂਡੀਡੇਟਸ ਜਿਹੜੇ ਈਟੀਟੀ ਦੇ ਵਿੱਚ ਕੰਸੀਡਰ ਕੀਤੇ ਜਾਣੇ ਕਿ ਨਹੀਂ ਕੀਤੇ ਜਾਣੇ ਚਾਹੀਦੇ, ਤਾਂ ਉਹਨਾਂ ਨੇ ਕਿਹਾ ਕਿ ਕੀਤੇ ਜਾਣਗੇ ਬੀਐਡ ਦੇ ਕੈਂਡੀਡੇਟਸ। ਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਐਨਟੀਟੀ ਦਾ ਇੱਕ ਕੇਸ ਜਿਹੜਾ ਆਪਾਂ ਸਭ ਨੂੰ ਪਤਾ ਹੈ 83-93 ਪੋਸਟਾਂ ਐਨਟੀਟੀ ਦੀਆਂ ਨਿਕਲੀਆਂ ਹੋਈਆਂ ਨੇ। ਤਾਂ ਐਨਟੀਟੀ ਦੇ ਪੋਸਟਾਂ ਦੇ ਵਿੱਚ ਇੱਕ ਕੇਸ ਲੱਗਿਆ ਹੋਇਆ ਜੀ ਕਿ ਐਨਟੀਟੀ ਦੇ ਵਿੱਚ ਈਟੀਟੀ ਤੇ ਬੀਐਡ ਵਾਲਿਆਂ ਨੂੰ ਜਿਹੜਾ ਹੈਗਾ ਕੰਸੀਡਰ ਕੀਤਾ ਜਾਵੇ। ਤੇ ਉਹਦਾ ਕੇਸ ਜਿਹੜਾ ਲੱਗਿਆ ਹੋਇਆ ਸੀ, ਫੈਸਲਾ ਹਾਲੇ ਤੱਕ ਜਿਹੜਾ ਰਿਜ਼ਰਵ ਰੱਖਿਆ ਗਿਆ, ਲੈ ਤਾਂ ਲਿਆ ਗਿਆ ਪਰ ਰਿਜ਼ਰਵ ਰੱਖਿਆ ਗਿਆ, ਹਾਲੇ ਤੱਕ ਆਊਟ ਨਹੀਂ ਕੀਤਾ ਗਿਆ। ਤਾਂ ਇਹ ਤੋਂ ਗੱਲ ਸਾਫ਼ ਹੁੰਦੀ ਹੈ ਕਿ ਜਦੋਂ ਐਜੂਕੇਸ਼ਨ ਮਿਨਿਸਟਰ ਇਹ ਕਹਿ ਰਹੇ ਆ ਕਿ ਈਟੀਟੀ ਦੀ ਪੋਸਟਾਂ ਦੇ ਵਿੱਚ ਬੀਐਡ ਕੈਂਡੀਡੇਟਸ ਨੂੰ ਕੰਸੀਡਰ ਕੀਤਾ ਜਾਏਗਾ, ਤਾਂ ਪੂਰੀ ਉਮੀਦ ਹੈ ਕਿ ਫੈਸਲਾ ਇਹੀ ਹੋਏਗਾ ਕਿ ਐਨਟੀਟੀ ਦੇ ਵਿੱਚ ਵੀ ਈਟੀਟੀ ਤੇ ਫਿਰ ਬੀਐਡ ਵਾਲੇ ਕੈਂਡੀਡੇਟਸ ਨੂੰ ਜਿਹੜਾ ਮੌਕਾ ਦਿੱਤਾ ਜਾਏਗਾ। ਬਾਕੀ ਜਿਵੇਂ ਜਿਹੜਾ ਦਾ ਆਫੀਸ਼ੀਅਲ ਜਿਹੜਾ ਇਹਦਾ ਡਿਸੀਜਨ ਆਊਟ ਹੁੰਦਾ ਆਪਾਂ ਤੁਹਾਨੂੰ ਇਸੇ ਚੈਨਲ ਤੇ ਦੱਸਾਂਗੇ। ਬਾਕੀ ਜਦੋਂ ਉਹਨਾਂ ਨੇ ਕਹਿ ਦਿੱਤਾ ਕਿ ਈਟੀਟੀ ਪੋਸਟਾਂ ਦੇ ਵਿੱਚ ਬੀਐਡ ਕੈਂਡੀਡੇਟਸ ਨੂੰ ਜਿਹੜਾ ਕੰਸੀਡਰ ਕੀਤਾ ਜਾਏਗਾ, ਤਾਂ ਫਿਰ ਐਨਟੀਟੀ ਦੇ ਵਿੱਚ ਵੀ ਈਟੀਟੀ ਤੇ ਬੀਐਡ ਦੇ ਕੈਂਡੀਡੇਟਸ ਨੂੰ ਕੰਸੀਡਰ ਕਰ ਹੀ ਲੈਣਗੇ। ਤੇ ਜੇ ਕਰਨਗੇ ਤਾਂ ਫਿਰ ਜਿਹੜਾ ਹੈਗਾ ਇੱਥੇ ਪੋਰਟਲ ਜਿਹੜਾ ਐਨਟੀਟੀ ਦਾ ਦੁਬਾਰਾ ਓਪਨ ਹੋਏਗਾ ਅਗਰ ਕੰਸੀਡਰ ਕੀਤਾ ਜਾਂਦਾ, ਤੇ ਪੋਰਟਲ ਅਗਰ ਓਪਨ ਹੋਏਗਾ ਤਾਂ ਬਾਕੀ ਹੋਰ ਕੈਂਡੀਡੇਟਸ ਨੂੰ ਵੀ ਫਿਰ ਭਰਨ ਦਾ ਇੱਥੇ ਮੌਕਾ ਮਿਲੂਗਾ। ਤੇ ਇਹ ਸੀਗੀ ਜੀ ਐਨਟੀਟੀ ਦੇ ਨਾਲ ਰਿਗਾਰਡਿੰਗ ਨਿਊਜ਼, ਬੀਐਡ ਤੇ ਈਟੀਟੀ ਦੇ ਰਿਗਾਰਡਿੰਗ ਨਿਊਜ਼। ਨਵੀਆਂ ਭਰਤੀਆਂ ਜਿਹੜੀਆਂ ਆਉਣ ਵਾਲੀਆਂ ਨੇ ਮਾਸਟਰ ਕਾਡਰ ਦੇ ਈਟੀਟੀ ਦੀਆਂ ਲੈਕਚਰਰ ਦੀਆਂ, ਤਾਂ ਉਹ ਕਰੀਬਨ 8,000 ਦੇ ਕਰੀਬ ਜਿਹੜੀਆਂ ਨਵੀਆਂ ਪੋਸਟਾਂ ਆਊਟ ਹੋਣਗੀਆਂ। ਹਾਂਜੀ, ਇਸ ਤੋਂ ਅੱਗੇ ਜਿਹੜਾ ਉਹਨਾਂ ਨੇ ਪੁਆਇੰਟ ਦਿੱਤਾ ਹੈਗਾ ਉਹ ਹੈਗਾ ਜੀ ਕਿ ਜਿਹੜੀ ਨਵੀਂ ਭਰਤੀ ਕੀਤੀ ਜਾ ਰਹੀ ਹੈ, ਤੇ ਨਵੀਂ ਭਰਤੀ ਚਾਹੇ ਉਹ ਫਰੈਸ਼ ਕੈਂਡੀਡੇਟਸ ਕਹਿ ਲਓ ਜਾਂ ਨਿਊਲੀ ਰਿਕਰੂਟਡ ਟੀਚਰਸ ਕਹਿ ਲਓ, ਤਾਂ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਜਦ ਵੀ ਨਵੀਂ ਭਰਤੀ ਹੋਏਗੀ ਤਾਂ ਉਹ ਪਹਿਲੀ ਭਰਤੀ ਉਹਨਾਂ ਨੂੰ ਬੋਰਡਰ ਏਰੀਆਜ਼ ਦੇ ਵਿੱਚ ਜਿਹੜਾ ਅਪੁਆਇੰਟ ਕੀਤਾ ਜਾਏਗਾ। ਬੋਰਡਰ ਏਰੀਆਜ਼ ਪਲੱਸ ਜਿਹੜੇ ਅਨਪ੍ਰਿਵਿਲੇਜਡ ਏਰੀਆਜ਼ ਹੈਗੇ ਆ ਜਿਨ੍ਹਾਂ ਨੂੰ ਜਿੱਥੇ ਜਿਹੜੀ ਆਪਾਂ ਨੂੰ ਕਿਹਾ ਗਿਆ ਕਿ ਐਜੂਕੇਸ਼ਨਲ ਬਲੋਕਸ ਜਿਹੜੇ ਬਣਨਗੇ ਨਾਲ ਐਡ ਹੋ ਜਾਣਗੇ, ਜਿੱਥੇ 20% ਜਾਂ ਇਸ ਤੋਂ ਜ਼ਿਆਦਾ ਪੋਸਟਾਂ ਜਿਹੜੀਆਂ ਉਹ ਖਾਲੀ ਪਈਆਂ ਨੇ, ਤਾਂ ਉਹਨਾਂ ਏਰੀਆਜ਼ ਦੇ ਵਿੱਚ ਉਹਨਾਂ ਦੀ ਭਰਤੀ ਹੋਏਗੀ ਜਿਹੜੇ ਬੋਰਡਰ ਏਰੀਆਜ਼ ਦੇ ਵਿੱਚ ਹੀ ਐਡ ਕਰ ਦਿੱਤੇ ਜਾਣਗੇ। ਤਾਂ ਉਹਨਾਂ ਦੇ ਵਿੱਚ ਜਿਹੜੀ ਪਹਿਲੀ ਭਰਤੀ ਹੋਏਗੀ ਤੇ ਉਹ ਪਹਿਲੀ ਭਰਤੀ ਵਾਲੇ ਜਿਹੜੇ ਕੈਂਡੀਡੇਟਸ ਹੋਣਗੇ ਫਿਰ ਪ੍ਰੋਬੇਸ਼ਨ ਪੀਰੀਅਡ ਤੋਂ ਬਾਅਦ 3 ਸਾਲ ਤੋਂ ਬਾਅਦ ਟ੍ਰਾਂਸਫਰ ਜਿਹੜੇ ਆਪਣੇ ਹੋਮ ਟਾਊਨ ਲੈ ਸਕਦੇ ਆ। ਲੇਕਿਨ ਇੱਕ ਵਾਰ ਉਹਨਾਂ ਨੂੰ ਪਹਿਲੀ ਭਰਤੀ ਜਿਹੜੀ ਉਹਨਾਂ ਦੀ ਕੀਤੀ ਜਾਊਗੀ ਉਹ ਜਿਹੜੀ ਬੋਰਡਰ ਏਰੀਆ ਦੇ ਵਿੱਚ ਤੇ ਨਾਲ ਹੀ ਐਜੂਕੇਸ਼ਨਲ ਬਲੋਕਸ ਉੱਥੇ ਕੀਤੀ ਜਾਊਗੀ। ਉਸ ਤੋਂ ਬਾਅਦ ਉਹਨਾਂ ਨੇ ਸਟੇਸ਼ਨ ਚੋਇਸ ਦੀ ਗੱਲ ਕੀਤੀ ਹੈ ਕਿ ਚਾਹੇ ਉਹ ਪ੍ਰਮੋਸ਼ਨ ਦੇ ਰਿਗਾਰਡਿੰਗ ਸਟੇਸ਼ਨ ਚੋਇਸ ਕਰਨਾ ਹੋਵੇ ਤੇ ਚਾਹੇ ਨਿਊਲੀ ਰਿਕਰੂਟਡ ਟੀਚਰਸ ਨੇ ਆਪਣੀ ਸਟੇਸ਼ਨ ਚੋਇਸ ਕਰਨੀ ਹੋਵੇ, ਤਾਂ ਸਟੇਸ਼ਨ ਚੋਇਸ ਹਮੇਸ਼ਾ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਮੈਰਿਟ ਬੇਸਿਸ ਤੇ ਹੀ ਰਹੇਗੀ। ਮੈਰਿਟ ਲਿਸਟ ਦੇ ਅਕੋਰਡਿੰਗ ਹੀ ਕੈਂਡੀਡੇਟਸ ਨੂੰ ਬੁਲਾਇਆ ਜਾਏਗਾ ਤੇ ਉਹਨਾਂ ਨੂੰ ਆਪਣਾ ਸਟੇਸ਼ਨ ਚੋਇਸ ਜਿਹੜਾ ਉਹ ਕਰਨ ਲਈ ਕਿਹਾ ਜਾਏਗਾ। ਇਹ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਕਿਹਾ ਹੈ।
ਤੇ ਬਾਕੀ ਸਟੇਸ਼ਨ ਚੋਇਸ ਦੇ ਰਿਗਾਰਡਿੰਗ ਜਿਵੇਂ ਆਫੀਸ਼ੀਅਲ ਨੋਟਿਸ ਆਉਂਦਾ ਤੇ ਜਿਸ ਤਰ੍ਹਾਂ ਇੰਸਟਰਕਸ਼ਨਸ ਆਉਂਦੀਆਂ ਫਿਰ ਆਪਾਂ ਤੁਹਾਨੂੰ ਇਸੇ ਚੈਨਲ ਤੇ ਅਪਡੇਟ ਕਰਾਂਗੇ, ਕਿਉਂਕਿ ਆਪਾਂ ਨੂੰ ਪਤਾ ਸਟੇਸ਼ਨ ਚੋਇਸ ਦੀ ਜਿਹੜੀ ਹੈਗੀ ਆ ਉਹ ਜਲਦੀ ਹੀ ਆਉਣ ਵਾਲੀ ਹੈ ਲਿਸਟ, ਕਿਉਂਕਿ 3704 ਮਾਸਟਰ ਕਾਰਡ ਦੀ ਆਲਮੋਸਟ ਪ੍ਰੋਸੈਸ ਜਿਹੜਾ ਉਹ ਨੇਪਰੇ ਚੜਨ ਵਾਲਾ ਹੈ। ਹਜੇ ਇੱਕ ਲਿਸਟ ਵੈਸੇ ਹੋਰ ਆਉਣੀ ਬਾਕੀ ਹੈ, ਉਮੀਦ ਨਾ ਛੱਡੋ, ਇੱਕ ਲਿਸਟ ਤਾਂ ਪੱਕਾ ਹੋ ਹਲੇ ਆਏਗੀ ਹੀ ਆਏਗੀ। ਬਾਕੀ ਡਬਲਿੰਗ ਵਾਲੇ ਕੈਂਡੀਡੇਟਸ ਵੀ ਨਿਕਲਦੇ ਆ, ਕੁਛ ਐਬਸੈਂਟੀਜ਼ ਨਿਕਲਦੇ ਆ, ਤਾਂ ਉਹ ਉਹਨਾਂ ਕਰਕੇ ਲਿਸਟ ਤਾਂ ਪੱਕਾ ਹੀ ਜਿਹੜੀ ਹੈ ਸਾਫ਼ ਇੱਥੇ ਆਏਗੀ। ਲੇਕਿਨ ਹਾਂ ਜਲਦੀ ਹੀ ਸਟੇਸ਼ਨ ਜਿਹੜੇ ਸਟੇਸ਼ਨ ਚੋਇਸ ਉਹਨਾਂ ਤੋਂ ਕਰਵਾਇਆ ਜਾਏਗਾ। ਪਹਿਲੀ ਜਿਹੜਾ ਰਾਊਂਡ ਸੀਗਾ ਉਹਦੇ ਜਿਹੜੇ ਕੈਂਡੀਡੇਟਸ ਆ ਆਪਾਂ ਨੂੰ ਪਤਾ ਹੈ ਉਹਨਾਂ ਦੀ ਫਿਜ਼ੀਕਲ ਟ੍ਰੇਨਿੰਗ ਵਾਲਾ ਪ੍ਰੋਸੈਸ ਵੀ ਜਿਹੜਾ ਉਹ ਸ਼ੁਰੂ ਹੋ ਚੁੱਕਿਆ। ਉਹਨਾਂ ਦੀ ਫਿਜ਼ੀਕਲ ਟ੍ਰੇਨਿੰਗ ਲਗਵਾਈ ਜਾ ਰਹੀ ਹੈ। ਫਿਜ਼ੀਕਲ ਟ੍ਰੇਨਿੰਗ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ, ਉੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਜਿਹੜੇ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਜਿਹੜੇ ਤੁਹਾਡੇ ਕਲਾਸਿਸ ਦੇ ਪ੍ਰੈਕਟੀਕਲਸ ਹੁੰਦੇ ਆ ਤੁਹਾਡੇ ਪਰਟੀਕੂਲਰ ਸਬਜੈਕਟਸ ਦੇ, ਉਹ ਤੁਹਾਨੂੰ ਕਰਵਾਏ ਜਾਣਗੇ, ਤੁਹਾਨੂੰ ਉਹਦੀ ਸਿੱਖਿਆ ਦਿੱਤੀ ਜਾਏਗੀ। ਅਤੇ ਉਹ ਜਿਹੜੀ ਤੁਹਾਡੀ ਫਿਜ਼ੀਕਲ ਟ੍ਰੇਨਿੰਗ ਜਿਹੜੀ ਆ ਉਹ ਲੱਗ ਰਹੀ ਹੈ, ਮਤਲਬ 19 ਤਰੀਕ ਤੋਂ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜਾ ਪ੍ਰੋਸੈਸ ਹੈਗਾ ਸਾਰਾ ਰਿਕਰੂਟਮੈਂਟ ਦਾ ਪ੍ਰੋਸੈਸ ਹੈਗਾ, ਉਹ ਕਿਹਾ ਗਿਆ ਕਿ ਉਹ 31 ਮਾਰਚ ਤੱਕ ਦੇ ਜਿਹੜਾ ਹੈਗਾ ਉਹ ਕੰਪਲੀਟ ਕਰਨ ਦੀ ਕੋਸ਼ਿਸ਼ ਕਰਨਗੇ। ਜਿਵੇਂ 3704 ਦੀ ਜਿੱਥੇ ਤੱਕ ਮੈਨੂੰ ਉਮੀਦ ਹੈਗੀ ਹੈ ਕਿ 3704 ਦਾ ਜਿਹੜਾ ਪ੍ਰੋਸੈਸ ਹੈਗਾ ਉਹ 31 ਮਾਰਚ ਤੱਕ ਜਿਹੜਾ ਉਹ ਕੰਪਲੀਟ ਕਰ ਦਿੱਤਾ ਜਾਏਗਾ। ਜਿੱਥੇ ਤੱਕ EGT ਦੀ ਗੱਲ ਰਹੀ, ਬਹੁਤ ਸਾਰੇ ਕਮੈਂਟਸ ਆਉਂਦੇ ਕਿ ਮੈਮ ਦੱਸੋ EGT ਦਾ ਪ੍ਰੋਸੈਸ ਕਦੋਂ ਸ਼ੁਰੂ ਹੋਏਗਾ। ਜਿੱਥੇ ਤੱਕ ਦੇਖੋ ਨਿਊਜ਼ ਮਿਲ ਰਹੀ ਹੈ ਇਸ ਹਫਤੇ ਜਿਹੜਾ ਹੈ 20-22 ਤਰੀਕ ਤੱਕ ਜਿਹੜੀ ਹੈ ਉਹ ਇਹਦਾ ਪ੍ਰੋਸੈਸ ਜਿਹੜਾ ਪੂਰਾ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਏਗਾ। ਅਤੇ ਜਿੱਥੇ ਤੱਕ ਲੱਗਦਾ ਅਪ੍ਰੈਲ ਮਹੀਨੇ ਦੇ ਵਿੱਚ ਜਿਹੜੇ EGT ਵਾਲਿਆਂ ਨੂੰ ਵੀ ਜਿਹੜੇ ਸਟੇਸ਼ਨਸ ਹੈਗੇ ਆ ਉਹ ਮਿਲ ਜਾਣਗੇ। ਤਾਂ ਇਸ ਹਫਤੇ ਹੀ ਜਿਹੜਾ EGT ਦਾ ਪ੍ਰੋਸੈਸ ਸ਼ੁਰੂ ਹੋ ਜਾਏਗਾ। ਜਿੱਥੇ ਤੱਕ ਮੈਨੂੰ ਉਮੀਦ ਹੈ 21-22 ਡੇਟ ਦੇ ਨੇੜੇ ਜਿਹੜੇ ਇਹਦਾ ਜਿਹੜਾ ਪੂਰਾ ਪ੍ਰੋਸੈਸ ਹੈਗਾ ਉਹ ਸ਼ੁਰੂ ਹੋ ਜਾਏਗਾ EGT ਦਾ ਵੀ। ਅਤੇ ਇਹਨਾਂ ਦਾ ਉਮੀਦ ਹੈਗਾ ਜੀ ਜਿਹੜੇ ਆਪਣੇ ਮਾਸਟਰ ਕਾਡਰ ਵਾਲੇ ਕੈਂਡੀਡੇਟਸ ਹੈਗੇ ਆ ਵੀ ਉਹਨਾਂ ਨੂੰ ਅਪ੍ਰੈਲ 1 ਤੱਕ ਉਹਨਾਂ ਨੂੰ ਸਟੇਸ਼ਨ ਜਿਹੜੇ ਆ ਉਹ ਦੇ ਦੇਣ। ਬਾਕੀ ਕਿਵੇਂ ਆਉਂਦੀਆਂ ਨੇ ਲਿਸਟਾਂ ਉਹ ਆਪਾਂ ਜਿਵੇਂ ਆਉਣਗੀਆਂ ਆਫੀਸ਼ੀਅਲ ਸਾਈਟ 'ਤੇ ਆਪਾਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਅਤੇ ਇਹ ਹੈਗਾ ਜੀ ਸਾਰੀ ਇਨਫੋਰਮੇਸ਼ਨ ਜਿਹੜੀ ਕਿ ਅੱਜ ਐਜੂਕੇਸ਼ਨ ਮਿਨਿਸਟਰ ਜਿਹੜੇ ਹੈਗੇ ਵਿਜੇਂਦਰ ਸਿੰਗਲਾ ਜੀ ਉਹਨਾਂ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਗਈ ਹੈ। ਅਤੇ ਇਹ ਸਾਰੇ ਜਿਹੜੇ ਪੁਆਇੰਟਸ ਉਹਨਾਂ ਦੇ ਵਿੱਚੋਂ ਐਜੂਕੇਸ਼ਨ ਦੇ ਰਿਲੇਟਿਡ, ਟੀਚਰ ਟਰਾਂਸਫਰ ਦੇ ਰਿਲੇਟਿਡ, ਨਿਊਲੀ ਰਿਕਰੂਟਡ ਟੀਚਰਸ ਦੀ ਅਪੁਆਇੰਟਮੈਂਟ ਦੇ ਰਿਲੇਟਿਡ, ਸਟੇਸ਼ਨ ਚੁਆਇਸ ਦੇ ਰਿਲੇਟਿਡ ਅਤੇ ਰਿਕਰੂਟਮੈਂਟ ਪ੍ਰੋਸੈਸ, ਅਪਕਮਿੰਗ ਵੈਕੈਂਸੀਜ਼ ਦੇ ਰਿਲੇਟਿਡ ਸਾਰਾ ਕੁਛ ਇਹਦੇ ਵਿੱਚ ਦੱਸਿਆ ਗਿਆ। ਅਤੇ ਆਪਾਂ ਪੁਆਇੰਟ ਵਾਈਜ਼ ਪੁਆਇੰਟ ਉਸਨੂੰ ਡਿਸਕਸ ਵੀ ਕੀਤਾ। ਫਿਰ ਵੀ ਤੁਹਾਡਾ ਕੋਈ ਅਗਰ ਡਾਊਟ ਰਹਿ ਗਿਆ ਹੋਵੇ ਤਾਂ ਪਲੀਜ਼ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਲਿਖ ਸਕਦੇ ਹੋ। ਅਤੇ ਇਹ ਸੀਗੀ ਜੀ ਇਨਫੋਰਮੇਸ਼ਨ। ਅਤੇ ਆਈ ਹੋਪ ਤੁਹਾਡੇ ਲਈ ਇਨਫੋਰਮੇਸ਼ਨ ਜਿਹੜੀ ਹੈ ਯੂਜ਼ਫੁਲ ਰਹੀ ਹੋਏਗੀ। ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਭ ਤੱਕ ਇੰਪੋਰਟੈਂਟ ਇਨਫੋਰਮੇਸ਼ਨ ਪਹੁੰਚ ਸਕੇ। ਕਿਉਂਕਿ NTT ਦੇ ਕੇਸ ਨੂੰ ਲੈ ਕੇ ਅਤੇ ETT ਅਤੇ ਮਾਸਟਰ ਕੈਡਰ ਦਾ ਪ੍ਰੋਸੈਸ ਕਦੋਂ ਪੂਰਾ ਹੋਏਗਾ, ਅਪਕਮਿੰਗ ਵੈਕੈਂਸੀਜ਼ ਕਿੰਨੀਆਂ ਅਤੇ ਕਦੋਂ ਆਉਣਗੀਆਂ, ਇਹ ਸਾਰਿਆਂ ਦੇ ਮਾਈਂਡ ਦੇ ਵਿੱਚ ਡਾਊਟ ਬਣੇ ਰਹਿੰਦੇ ਆ। ਤਾਂ ਸਭ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਸਾਰੇ ਨੂੰ ਹੀ ਜਿਹੜੇ ਇਹਨਾਂ ਸਾਰੇ ਕੁਐਸਚਨਸ ਦੇ ਹੱਲ ਨੇ ਉਹਨਾਂ ਨੂੰ ਮਿਲ ਸਕਣ। ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਇਸੇ ਤਰ੍ਹਾਂ ਇੰਪੋਰਟੈਂਟ ਇਨਫੋਰਮੇਸ਼ਨਸ ਅਤੇ ਲੇਟੈਸਟ ਇਨਫੋਰਮੇਸ਼ਨ ਤੁਹਾਡੇ ਤੱਕ ਟਾਈਮ ਸਿਰ ਅਤੇ ਸਭ ਤੋਂ ਪਹਿਲਾਂ ਪਹੁੰਚਦੀ ਰਹੇ। ਤੁਸੀਂ ਫੇਸਬੁੱਕ 'ਤੇ ਵੀ ਆਪਣੇ ਪੇਜ ਨੂੰ ਫੋਲੋ ਕਰ ਸਕਦੇ ਹੋ ਅਤੇ ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ।